ਬਾਦਲ ਦੇ ਪਰਿਵਾਰ ਦੀ ਜਾਂ ਉਹਦੇ ਪੁਰਖਿਆਂ ਦੀ ਜਾਇਦਾਦ ਨਹੀਂ, ਉਹ ਪੰਥ ਦੀ। ਬਾਦਲ ਨੇ ਪਰਿਵਾਰ ਪਾਲਿਆ ਤੇ ਪੰਥ ਨੂੰ ਗਵਾਇਆ, ਪੰਥ ਨੂੰ ਝੰਜੋੜਿਆ, ਪੰਥ ਨੂੰ ਨਿਚੋੜਿਆ, ਪੰਥ ਦੇ ਪਰਵਾਨਿਆਂ ਨੂੰ ਭੱਠੀ 'ਚ ਪਾ ਕੇ ਤੇ ਆਪਣੇ ਪੁੱਤ ਨੂੰ ਸੇਕ ਕੇ ਖਵਾਈਆਂ। ਜਿਹੜੇ 2008 ਤੋਂ ਪ੍ਰਧਾਨ ਲਗਾਤਾਰ ਬਣੇ ਹੋਏ ਨੇ, ਇਸ ਨੂੰ ਤੁਸੀਂ ਕਿਵੇਂ ਦੇਖਦੇ? ਆਪੇ ਹੁਣ ਕੱਲਾ ਨਿਯਮ ਬਣਾਈ ਜਾ ਰਿਹਾ। ਇਹ ਨਿਯਮ ਇਹਦਾ ਬਾਪੂ ਕੌਣ ਦੇ ਇਜਾਜ਼ਤ ਦਊਗਾ? ਇਸ ਵਾਰ ਲੋਕਾਂ ਦੇ ਜ਼ਿਹਨ 'ਚ ਕੀ ਸੀ ਅਕਾਲੀ ਦਲ ਦੇ ਪ੍ਰਤੀ, ਜਿਹੜੀ ਇੰਨੀਆਂ ਵੋਟ ਪਰਸੈਂਟ ਡਿੱਗਿਆ, ਇਹ ਹਸ਼ਰ ਹੋਣਾ? ਬਾਦਲ ਪਰਿਵਾਰ ਦੀ ਢੀਠਤਾ ਹੀ ਆ ਵੀ ਇਹ ਚੰਬੜਦੇ ਜਾ ਰਹੇ ਆ ਤੇ ਲੋਕਾਂ ਦੀ ਜਿੱਦ ਆ ਵੀ ਤੁਹਾਨੂੰ ਚੰਬੜ ਨਹੀਂ ਦੇਣਾ, ਤੁਹਾਨੂੰ ਲਾਹ ਕੇ ਸੁੱਟ ਦੇਣਾ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੱਲ੍ਹ ਕਈ ਵੱਡੇ ਐਲਾਨ ਕੀਤੇ ਗਏ ਨੇ। ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਜਿਹੜੀਆਂ ਹਾਲ ਹੀ ਦੇ ਵਿੱਚ ਚੋਣਾਂ ਹੋਈਆਂ ਅਸੈਂਬਲੀ ਦੀਆਂ, ਉਸ ਤੋਂ ਬਾਅਦ ਲਗਾਤਾਰ ਜਿਹੜੀ ਸਵਾਲ ਉੱਠਦੇ ਨੇ ਕਿ ਪ੍ਰਧਾਨ ਬਦਲਿਆ ਜਾਵੇ। ਪਾਰਟੀ ਦੇ ਵਿੱਚੋਂ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਬਗਾਵਤਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ। ਕੱਲ੍ਹ ਜਿਹੜੇ ਵੱਡੇ ਫੈਸਲੇ ਲਏ ਗਏ ਨੇ, ਖਾਸ ਤੌਰ 'ਤੇ ਉਹਦੇ ਵਿੱਚੋਂ ਇੱਕ ਸੀਗਾ ਇੱਕ ਪਰਿਵਾਰ ਇੱਕ ਟਿਕਟ ਇੱਕ ਚੋਣ, ਤੇ ਹੋਰ ਵੀ ਕਈ ਗੱਲਾਂ ਕਹੀਆਂ ਗਈਆਂ ਨੇ। ਇਸ ਦੇ ਨਾਲ ਕਿੰਨਾ ਕੁ ਫਰਕ ਪਊਗਾ ਕਿ ਐਕਚੁਅਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਕਰ ਪਾਊਗੀ, ਤੇ ਇਹਨਾਂ ਐਲਾਨਾਂ ਦੇ ਵਿੱਚ ਕਿੰਨਾ ਕੁ ਦਮ ਹੈ? ਗੱਲਬਾਤ ਕਰਾਂਗੇ। ਸਾਡੇ ਨਾਲ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਮੌਜੂਦ ਨੇ। ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਜੀ, ਕਿਵੇਂ ਦੇਖਦੇ ਹੋ ਤੁਸੀਂ ਸੁਖਬੀਰ ਬਾਦਲ ਵੱਲੋਂ ਜਿਹੜਾ ਕੱਲ੍ਹ ਕਿਹਾ ਗਿਆ, ਕਈ ਐਲਾਨ ਕੀਤੇ ਗਏ ਨੇ, ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਹੁਣ ਉੱਭਰ ਕੇ ਦੁਬਾਰੇ ਖੜੀ ਹੋਵੇ ਆਪਣੇ ਪੈਰਾਂ ਸਿਰ, ਤੇ ਉਹਦੇ ਵਿੱਚ ਇੱਕ ਪਰਿਵਾਰ ਇੱਕ ਟਿਕਟ ਇੱਕ ਚੋਣ, ਇਹ ਸਭ ਤੋਂ ਜਿਹੜਾ ਮੇਨ ਦੱਸਿਆ ਗਿਆ ਵੀ ਅਸੀਂ ਇਸ ਚੀਜ਼ 'ਤੇ ਚੱਲਾਂਗੇ, ਕਿਉਂਕਿ ਹੁਣ ਤੱਕ ਇਹ ਇਲਜ਼ਾਮ ਲੱਗਦੇ ਸੀ ਕਿ ਅਕਾਲੀ ਦਲ ਇਕੁਅਲ ਟੂ ਬਾਦਲ ਪਰਿਵਾਰ। ਤੁਸੀਂ ਕਿਵੇਂ ਦੇਖਦੇ ਹੋ? ਜਿੰਨਾ ਕੁ ਤੁਸੀਂ ਸੁਣਿਆ ਪੜ੍ਹਿਆ, ਲੱਗਦਾ ਵੀ ਵਾਕਈ ਫਰਕ ਹੈ ਜਿਹੜਾ ਉਹ ਪਊਗਾ, ਬਦਲਾਅ ਆਊਗਾ ਜੀ? ਦੇਖੋ, ਸ਼੍ਰੋਮਣੀ ਅਕਾਲੀ ਦਲ ਖੜਾ ਤੇ ਖੜਾ ਰਹਿਣਾ, ਉਹਨੂੰ ਕੋਈ ਨਹੀਂ ਹਟਾ ਸਕਦਾ, ਕਿਉਂਕਿ ਉਹ ਬਾਦਲ ਦੇ ਪਰਿਵਾਰ ਦੀ ਜਾਂ ਉਹਦੇ ਪੁਰਖਿਆਂ ਦੀ ਜਾਇਦਾਦ ਨਹੀਂ, ਉਹ ਪੰਥ ਦੀ ਹੈ। ਬਾਦਲ ਪਰਿਵਾਰ ਪੰਥ ਨਹੀਂ। ਬਾਦਲ ਨੇ ਪਰਿਵਾਰ ਪਾਲਿਆ ਤੇ ਪੰਥ ਨੂੰ ਗਵਾਇਆ, ਪੰਥ ਨੂੰ ਝੰਜੋੜਿਆ, ਪੰਥ ਨੂੰ ਨਿਚੋੜਿਆ, ਪੰਥ ਨੂੰ ਦਾਅ 'ਤੇ ਲਾ ਕੇ ਪੰਥ ਦੇ ਪਰਵਾਨਿਆਂ ਨੂੰ ਭੱਠੀ 'ਚ ਪਾ ਕੇ ਤੇ ਆਪਣੇ ਪੁੱਤ ਨੂੰ ਸੇਕ ਕੇ ਖਵਾਈਆਂ। ਇਹ ਪ੍ਰਕਾਸ਼ ਸਿੰਘ ਬਾਦਲ ਜਿੰਨੇ ਮਰਜ਼ੀ ਢੰਗ ਤਰੀਕੇ ਵਰਤ ਲਏ, ਜੋ ਮਰਜ਼ੀ ਅਡੰਬਰ ਰਚ ਲਏ, ਸਿੱਖ ਪੰਥ ਨੂੰ ਇਹ ਪਤਾ ਹੈ ਕਿ ਪੰਥ ਨੂੰ ਲੱਗੀ ਜੋਕ ਆ, ਇਹਨੂੰ ਲਾਉਣਾ ਪੈਣਾ। ਤੋ ਲਗਾਤਾਰ ਇਹ ਚਿੰਬੜਦਾ ਜਾ ਰਿਹਾ ਤੇ ਲੋਕ ਇਹਨੂੰ ਲਾਹੁੰਦੇ ਜਾ ਰਹੇ ਆ। ਇਹ ਜਿਹੜੇ ਮਰਜ਼ੀ ਡਰਾਮੇ ਕਰ ਲਏ, ਇਹਨੂੰ ਲੋਕਾਂ ਨੇ ਸਵੀਕਾਰ ਨਹੀਂ ਕਰਨਾ। ਅੱਛਾ, ਜਿਹੜੇ ਹੋਰ ਵੀ ਕਈ ਗੱਲਾਂ ਕਹੀਆਂ ਗਈਆਂ ਜੀ, ਪ੍ਰਧਾਨ ਹੈ ਉਹ 5-5 ਸਾਲ ਦੇ 2 ਟੈਨਿਓਰ ਹੀ ਪੂਰੇ ਕਰ ਸਕਦਾ ਲਗਾਤਾਰ, ਉਸ ਤੋਂ ਬਾਅਦ ਉਹਨੂੰ ਪ੍ਰਧਾਨਗੀ ਛੱਡਣੀ ਪਊਗੀ। ਉਸ ਤੋਂ ਬਾਅਦ ਜੇ ਦੁਬਾਰਾ ਉਹਨੇ ਚਾਹੁੰਦਾ ਪ੍ਰਧਾਨ ਬਣਨਾ ਤਾਂ 5 ਸਾਲ ਬ੍ਰੇਕ ਲੈਣੀ ਪਊਗੀ, ਫਿਰ ਉਹ ਆ ਸਕਦੇ ਨੇ। ਇਹ ਸੁਖਬੀਰ ਬਾਦਲ ਨੇ ਬਿਆਨ ਦਿੱਤਾ, ਜਿਹੜੇ 2008 ਤੋਂ ਪ੍ਰਧਾਨ ਲਗਾਤਾਰ ਬਣੇ ਹੋਏ ਨੇ। ਇਸ ਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਲਗਾਤਾਰ ਤੁਸੀਂ ਦੇਖ ਰਹੇ ਹੋ, ਲਗਾਤਾਰ 30-35 ਸਾਲ ਤੋਂ ਤੇ ਇਹੀ ਪਰਿਵਾਰ ਹੀ ਆ, ਪਿਓ ਪੁੱਤ ਹੀ ਤੁਰੇ ਆ ਰਹੇ। ਇਹਨਾਂ ਦਾ ਨਿਯਮ ਕਿੱਥੇ ਆ? ਨਿਯਮ ਕੋਈ ਹੁੰਦਾ ਤੇ ਇਹ ਇਹਨਾਂ ਚੰਬੜਿਆ ਕਿਉਂ ਆ? ਇਹਨੇ ਆਪ ਹੀ ਇਨਕੁਆਇਰੀ ਕਮੇਟੀ ਬਣਾਈ, ਆਪ ਹੀ ਉਹਦੀ ਮੰਨੀ ਨਹੀਂ, ਫਿਰ ਕਮੇਟੀ ਦੀ ਰਿਪੋਰਟ ਲਾਗੂ ਨਾ ਕਰਨੀ ਪਵੇ, ਉਹਦੇ ਲਈ ਭੰਗ ਕਰ ਦਿੱਤਾ ਸਾਰਾ ਢਾਂਚਾ ਹੀ। ਆਪੇ ਹੁਣ ਕੱਲਾ ਨਿਯਮ ਬਣਾਈ ਜਾ ਰਿਹਾ। ਇਹ ਨਿਯਮ ਇਹਦਾ ਬਾਪੂ ਕੌਣ ਦੇ ਇਜਾਜ਼ਤ ਦਊਗਾ ਇਹਨੂੰ ਬਣਾਉਣ ਦੀ? ਜਦੋਂ ਢਾਂਚਾ ਤੇ ਭੰਗ ਗਿਆ, ਨਿਯਮ ਕਿਹਨੇ ਬਣਾਤੇ? ਕਦੀ ਇਹਦਾ ਬਾਪੂ ਨਿਯਮ ਬਣਾਈ ਜਾਂਦਾ, 92 'ਚ ਉਹਨੇ ਪੰਜਾਬੀਕਰਨ ਕਰਤਾ ਅਕਾਲੀ ਦਲ ਦਾ, ਹੁਣ ਇਹ ਬਣਾਈ ਜਾਂਦਾ। ਇਹਨਾਂ ਦੇ ਨਿਯਮ ਹੁਣ ਕਿਸੇ ਨੇ ਮੰਨਣੇ ਨਹੀਂ। ਨਿਯਮ ਅਕਾਲੀ ਦਲ ਦੇ ਹੈਗੇ ਨੇ, ਉਹ ਰਹਿਣੇ ਆ। ਅਤੇ ਜਦੋਂ ਵੀ ਪੰਥਕ ਧਿਰ ਜਾਂ ਪੰਥਕ ਸੋਚ ਉੱਭਰੀ, ਇਸ ਪਰਿਵਾਰ 'ਚੋਂ ਗੱਲ ਬਾਹਰ ਨਿਕਲੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਤੇ ਖਾਸ ਕਰਕੇ ਸਿੱਖਾਂ ਨੇ, ਜਦੋਂ ਵੋਟ ਪਾਉਣ ਵਾਲੇ ਸਿੱਖਾਂ ਨੇ ਇਹ ਜੋਕ ਨੂੰ ਤੋੜ ਕੇ ਚੰਮ ਨਾਲੋਂ ਸੁੱਟ ਦਿੱਤਾ ਪਾਸੇ, ਉਦੋਂ ਅਕਾਲੀ ਦਲ ਆਪਣੇ ਆਪ ਖੜਾ ਹੋ ਜਾਣਾ। ਇਸ ਵਾਰ ਜਿਹੜੀਆਂ ਚੋਣਾਂ 'ਚ ਤੁਸੀਂ ਨਤੀਜੇ ਵੇਖੇ, 117 ਵਿੱਚੋਂ 3 ਸੀਟਾਂ ਆਉਣੀਆਂ। ਜਿਹੜੀ ਪਾਰਟੀ ਇੱਕੋ ਇੱਕ ਪਾਰਟੀ ਜਿਹੜੀ 2 ਵਾਰ ਰਿਪੀਟ ਹੋਈ ਸੀਗੀ,
ਲੋਕਾਂ ਦੇ ਮਾਈਂਡਸੈਟ ਨੂੰ ਤੁਸੀਂ ਕਿਵੇਂ ਦਾ ਦੇਖਿਆ ਵੀ ਇਸ ਵਾਰ ਲੋਕਾਂ ਦੇ ਜ਼ਿਹਨ 'ਚ ਕੀ ਸੀ ਅਕਾਲੀ ਦਲ ਦੇ ਪ੍ਰਤੀ ਜਿਹੜੀ ਇੰਨੀਆਂ ਵੋਟ ਪਰਸੈਂਟ ਡਿੱਗਿਆ ਇਹ ਹਸ਼ਰ ਹੋਣਾ ਕੀ ਲੱਗਦਾ ਵੀ ਲੋਕਾਂ ਦੇ ਅੰਦਰ ਮੇਨ ਕਿਹੜੇ ਮੁੱਦੇ ਨੇ ਜਿਨ੍ਹਾਂ ਦਾ ਕਰਕੇ ਇਹ ਫੈਸਲੇ ਲਏ? ਇੱਕ ਤਾਂ ਨਾ ਇਹੀ ਬਾਦਲ ਪਰਿਵਾਰ ਦੀ ਢੀਠਤਾ ਹੀ ਆ ਵੀ ਇਹ ਚੰਬੜਦੇ ਜਾ ਰਹੇ ਆ ਤੇ ਲੋਕਾਂ ਦੀ ਜਿੱਦ ਆ ਵੀ ਤੁਹਾਨੂੰ ਚੰਬੜ ਨਹੀਂ ਦੇਣਾ, ਤੁਹਾਨੂੰ ਲਾਹ ਕੇ ਸੁੱਟ ਦੇਣਾ। ਤੁਸੀਂ ਇਹ ਦੇਖੋ ਵੀ ਕਦੀ ਵੀ ਜਦੋਂ ਕੋਈ ਪਾਰਟੀ ਹਾਰਦੀ ਤੇ ਅਗਲੀ ਵਾਰੀ ਉਹਨੂੰ ਰਿਲੀਫ ਮਿਲਦੀ ਆ, ਉਹਨੂੰ ਸਾਹ ਮਿਲਦਾ। ਇਹ ਲਗਾਤਾਰ 2 ਲੋਕ ਸਭਾ ਹਾਰਿਆ, ਲਗਾਤਾਰ 2 ਵਿਧਾਨ ਸਭਾ ਹਾਰਿਆ, ਉਸ ਤੋਂ ਬਾਅਦ ਬਾਈ ਇਲੈਕਸ਼ਨ ਤੇ ਬੁਰੀ ਤਰ੍ਹਾਂ ਹਾਰਿਆ। ਪਤਾ ਨਹੀਂ ਇਹਨੂੰ ਕੀ ਨਜ਼ਰ ਆ ਰਿਹਾ ਜਿਹੜਾ ਵੀ ਮੇਰੇ ਤੋਂ ਬਿਨਾਂ ਕੋਈ ਚਾਂਦੀ ਨਹੀਂ ਚੜ੍ਹਨਾ ਕਿਤੇ, ਮੇਰੀ ਤੋਂ ਬਿਨਾਂ ਕੋਈ ਦੂਲਾ ਘੋੜੀ ਤੇ ਨਹੀਂ ਚੜ੍ਹ ਸਕਦਾ। ਇਹਦੇ ਪਤਾ ਨਹੀਂ ਕੀ ਭਰਮ ਆ, ਕੀ ਵਹਿਮ ਹੈ ਇਸ ਪਰਿਵਾਰ ਦੇ ਹਿਰਦੇ 'ਚ ਜਾਂ ਇਹਦੇ ਸੁਖਬੀਰ ਬਾਦਲ ਦੇ। ਹੁਣ ਵੀ ਇਹਨਾਂ ਨੇ ਜੋੜ ਤੋੜ ਕੇ ਵੀ ਇੱਕ ਟਰਮ ਸਿਮਰਤ ਕਰ ਲਊਗੀ, ਇੱਕ ਉਹਦਾ ਭਰਾ ਕਰ ਲਊ, ਇੱਕ ਇਹਦਾ ਸਾਲਾ ਕਰ ਲਊ, ਇੱਕ ਭਣੋਈਆ ਕਰ ਲਊ। ਇਹ ਟੱਬਰ ਜਿਹੜਾ ਇਹਨੇ ਜਿਹੜੇ ਸਬਜ਼ਬਾਜ਼ ਪਹਿਲਾਂ ਵਿਖਾਏ ਇਹਦੇ ਬਾਪ ਨੇ, ਕਿਸੇ ਸਿੱਖ ਨੂੰ ਛੱਡਿਆ ਨਹੀਂ। ਕਿਤੇ ਲਾਲਪੁਰੇ ਵਰਗੇ, ਉੱਭੋ ਕੇ ਵਰਗੇ ਬੜੇ ਵਧੀਆ ਸਿੱਖ ਲੀਡਰ ਸੀ ਜਿਹੜੇ ਘਰ ਗਵਾ ਕੇ ਲੀਡਰ ਬਣੇ ਸੀ, ਉਹਨਾਂ ਨੂੰ ਕੁਰਬਾਨ ਕਰ ਦਿੱਤਾ ਆਪਣੇ ਜਵਾਈ ਨੂੰ ਅੱਗੇ ਲਿਆਉਣ ਲਈ। ਵੱਡੇ ਲੀਡਰਾਂ ਨੂੰ ਕੁਰਬਾਨ ਕਰ ਦਿੱਤਾ ਆਪਣੇ ਪੁੱਤਰ ਦੇ ਸਾਲੇ ਨੂੰ ਅੱਗੇ ਲਿਆਉਣ ਲਈ। ਹੁਣ ਉਹ ਜਿਹੜੇ ਚੰਦ ਚੜ੍ਹੇ ਨੇ, ਜਿਹੜੇ ਗੋਲ ਖਿਲੇ ਨੇ, ਉਹ ਹੁਣ ਇਹਨੂੰ ਜੈਸਾ ਬੀਜੇ ਸੋਲਣੇ ਕਰਮਾ ਸੰਦੜਾ ਖੇਤ, ਇਹ ਘਰ ਕਰੇ ਸੋ ਇਹ ਘਰ ਪਾਏ, ਕੋਏ ਨਾ ਪਕੜੀਏ ਕਿਸੇ ਥਾਏ। ਜੋ ਕੁਛ ਬੀਜਿਆ ਉਹ ਵੱਢਣਾ ਪੈਣਾ ਤੇ ਉਹ ਵੱਢਣ ਡਿਆ। ਇਹ ਜਿੰਨੇ ਮਰਜ਼ੀ ਬਹਾਨੇ ਬਣਾਈ ਜਾਵੇ, ਇਹ ਸਿੱਖਾਂ ਨੇ ਹੁਣ ਇਹਦੀ ਗੱਲ ਨਹੀਂ ਸੁਣਨੀ। ਤੁਸੀਂ ਰਣਜੀਤ ਸਿੰਘ ਜੀ ਜਿੰਨਾ ਕੁ ਧਿਆਨ ਨਾਲ ਲੀਡਰਸ਼ਿਪ ਨੂੰ ਦੇਖ ਰਹੇ ਹੋ ਅਕਾਲੀ ਦਲ ਦੀ, ਕੀ ਲੱਗਦਾ ਹੈ ਇਸ ਤੋਂ ਬਾਅਦ ਹੁਣ ਉਹ ਕਹਿ ਰਹੇ ਨੇ ਵੀ ਜਨਵਰੀ ਦੇ ਵਿੱਚ ਉਹਨਾਂ ਦਾ ਜਿਹੜਾ ਟੈਨਿਓਰ ਪੂਰਾ ਹੋ ਜਾਊਗਾ ਬਤੌਰ ਪ੍ਰਧਾਨ, ਉਸ ਤੋਂ ਬਾਅਦ ਲੱਗਦਾ ਵੀ ਜਿਹੜੇ ਹੋਰ ਲੀਡਰ ਨੇ ਉਹਨਾਂ ਵਿੱਚੋਂ ਇੱਕ ਵਾਰ ਪਾਰਟੀ ਸ਼ਾਇਦ ਪ੍ਰਧਾਨ ਬਣਾਵੇ, ਇੱਕ ਇਮੇਜ ਬਣਾਉਣ ਦੇ ਲਈ ਲੋਕਾਂ ਦੇ ਵਿੱਚ ਵੀ ਅਸੀਂ ਫੈਮਿਲੀ ਤੋਂ ਬਾਹਰ ਹੋ ਕੇ ਕਿਸੇ ਹੋਰ ਲੀਡਰ ਨੂੰ ਵੱਡੀ ਜ਼ਿੰਮੇਵਾਰੀ ਦੇ ਰਹੇ ਹਾਂ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਚਾਹੇ ਉਹ ਹਰਸਿਮਰਤ ਬਾਦਲ ਹੋਵੇ, ਬਿਕਰਮ ਮਜੀਠੀਆ ਹੋਵੇ, ਫਿਰ ਉਹਨਾਂ 'ਚੋਂ ਕਿਸੇ ਨੂੰ ਪ੍ਰਧਾਨ ਬਣਾਇਆ ਜਾਊਗਾ? ਦੇਖੋ ਜੀ, ਇਹਦੀ ਟੈਨਿਓਰ ਜਿਹੜੀ ਕਿਹੜੇ ਹਿਸਾਬ ਨਾਲ ਜਨਵਰੀ 'ਚ ਪੂਰੀ ਹੋ ਰਹੀ ਹੈ, ਕਿਹੜੇ ਹਿਸਾਬ ਨਾਲ? ਇਹ ਵੀ ਲਗਾਤਾਰ ਇਹ 35-40 ਸਾਲ ਤੋਂ ਇਹ ਦੋਵੇਂ ਪਿਓ ਪੁੱਤ ਹੀ ਤੁਰੇ ਆ ਰਹੇ, ਇਹਨਾਂ ਦੀ ਟੈਨਿਓਰ ਖਤਮ ਹੁੰਦੀ ਨਹੀਂ, ਕਦੀ ਨਾ ਹੋਣੀ ਆ। ਤੇ ਆਪਾਂ ਐਵੇਂ ਅੰਦਾਜ਼ੇ ਕਿਉਂ ਲਾਈ ਜਾਈਏ? ਇਹਦੀ ਟੈਨਿਓਰ ਖਤਮ ਕਰ ਦਿੱਤੀ ਆ ਲੋਕਾਂ ਨੇ ਤੇ ਬੜਾ ਲੰਬਾ ਸਮਾਂ ਹੋ ਗਿਆ। ਇਹਦਾ ਦਿੱਲੀ 'ਚੋਂ ਵੀ ਮਕਾਨ ਖਾਲੀ ਕਰਾਤਾ, ਇੱਥੋਂ ਵੀ ਕਰਾਤਾ। ਇਹ ਹੁਣ ਲੋਕਾਂ ਨੇ ਇਹਦਾ ਇਹ ਜਿਹੜਾ ਇੱਥੋਂ ਦਾ ਹੈ ਨਾ ਉਹ ਖਾਲੀ ਕਰਾਉਣਾ ਮਕਾਨ ਇਹਦਾ। ਤੇ ਦੇਖੋ ਭੱਜਦਾ ਕਿੱਧਰ ਨੂੰ ਭੱਜਦਾ ਹੈ। ਇਹਦਾ ਟੈਨਿਓਰਾਂ ਇਹਦੀਆਂ ਖਤਮ ਹੋਈਆਂ ਪਈਆਂ। ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਜਿਸ ਦਿਨ ਇਲੈਕਸ਼ਨਾਂ ਹੋ ਗਈਆਂ ਪ੍ਰਬੰਧਕ ਕਮੇਟੀ ਦੀਆਂ, ਉਦੋਂ ਆਪਣੇ ਆਪ ਹੋਂਦ 'ਚ ਆਊਗਾ, ਆਪਣੇ ਆਪ ਚੰਗੇ ਲੀਡਰ ਸਾਹਮਣੇ ਤੁਹਾਨੂੰ ਦਿਸਣਗੇ। ਇੱਥੋਂ ਹੀ ਸਭ ਕੁਝ ਨਿਕਲਦਾ। ਇੱਥੇ ਇਹ ਇਕੱਲਾ ਪ੍ਰਕਾਸ਼ ਸਿੰਘ ਬਾਦਲ ਹੀ ਆ ਜਿਹੜਾ ਵੀ ਇਹ ਤੋਂ ਬਿਨਾਂ ਅਸੀਂ ਕੁਝ ਸੋਚ ਹੀ ਨਹੀਂ ਸਕਦੇ। ਕਿਵੇਂ ਹੋ ਸਕਦਾ? ਜਦੋਂ ਕੱਲ੍ਹ ਨੂੰ ਖੁਦਾ ਨਾ ਖਵਾਸਾ ਰੱਬ ਨੂੰ ਪਿਆਰਾ ਹੋ ਗਿਆ, ਫਿਰ ਕੌਣ ਕਰੂਗਾ? ਫਿਰ ਕਿਹਦੀ ਟੈਨਿਓਰ ਆਊਗੀ? ਤੋ ਮਰਨਾ ਸਾਰਿਆਂ ਨੇ, ਅਸੀਂ ਮਰ ਜਾਗੇ ਤੇ ਕੱਲ੍ਹ ਨੂੰ ਪੰਥ ਖਤਮ ਹੋ ਜਾਊ, ਮੱਸਿਆ ਲੱਗਣਾ ਖਤਮ ਹੋ ਜਾਊ। ਤੇ ਇਹ ਜਿਹੜਾ ਸਿਸਟਮ ਆ, ਪੰਥਕ ਸਿਸਟਮ ਆ, ਉਹ ਪੰਥ ਚਲਾਉਂਦਾ ਹੁੰਦਾ, ਪਰਿਵਾਰ ਨਹੀਂ ਚਲਾਉਂਦਾ। ਅੱਜ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਦਾ, 10ਮ ਪਾਤਸ਼ਾਹ ਦੇ 5 ਪਿਆਰਿਆਂ ਨੂੰ ਸਿੱਖਾਂ ਨੇ ਮੰਨਣਾ, ਸੁਖਬੀਰ ਬਾਦਲ ਦੇ 5 ਪਿਆਰਿਆਂ ਨੂੰ ਨਹੀਂ ਮੰਨਣਾ। ਇਹ ਜਿਹੜਾ ਸੁਖਬੀਰ ਬਾਦਲ ਜਿਹੜਾ ਬੇਵਕੂਫ ਬਣਾ ਰਿਹਾ ਨਾ, ਗਿਆਨੀਆਂ ਨੂੰ ਬਿਠਾ ਕੇ ਅਕਾਲ ਤਖ਼ਤ 'ਤੇ ਝੂਠ ਬੁਲਵਾਈ ਜਾ ਰਿਹਾ। ਕਦੀ ਜੀ ਇਹ PTC ਬੰਦ, ਸਾਡੀ ਆਪਣੀ ਚੱਲੂਗੀ, ਕਿੱਥੇ ਗਈ ਇਹਦੀ ਜ਼ਬਾਨ? ਮਰ ਕਿਉਂ ਨਹੀਂ ਗਿਆ ਜਥੇਦਾਰ ਅਜੇ ਤੱਕ? ਉਹ ਤਾਂ ਕਹਿ ਰਹੇ ਸੀ ਜੀ ਮਹੀਨੇ 'ਚ ਚੈਨਲ ਸ਼ੁਰੂ ਕੀਤਾ ਜਾਵੇ ਗੁਰਬਾਣੀ ਟੈਲੀਕਾਸਟ। ਇਹ ਚੱਪਣੀ 'ਚ ਨੱਪ ਡੋਬ ਕੇ ਮਰ ਕਿਉਂ ਨਹੀਂ ਜਾਂਦਾ ਅਜੇ ਤੱਕ? ਉਹ ਵਿਭਚਾਰ ਕਰਨ ਵਾਲੀ ਕੰਪਨੀ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ, ਕੇਸ ਉਹਨਾਂ 'ਤੇ ਬਣਿਆ। ਤੇ ਇਹਦਾ ਕਿੱਥੇ ਗਿਆ ਉਹ ਚੈਨਲ? ਕਿੱਥੇ ਗਈਆਂ ਇਹਦੀਆਂ ਦਲੀਲਾਂ? ਕਿੱਥੇ ਗਿਆ 328 ਸਰੂਪਾਂ ਦਾ ਹਿਸਾਬ ਕਿਤਾਬ? ਮੈਂ ਸਜ਼ਾਵਾਂ ਦੇਵਾਂਗਾ, ਕਿੱਥੇ ਗਈਆਂ ਸਜ਼ਾਵਾਂ? ਫਿਰ ਉਹ ਤੇ ਪੈਸਿਆਂ ਦੀ ਗੱਲ ਸੀ, ID ਦੀ ਗੱਲ ਨਹੀਂ। ਅੱਜ ਜਿਹੜੇ ਭਗਵਾ ਭੇਸ ਵਾਲੇ ਸਾਧੂ ਬੋਰੀ 'ਚ ਪਾ ਕੇ ਘਸੀਟਦੇ ਫਿਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ, ਕਿਹੜੇ ਸਰੂਪ ਨੇ? ਇਹ ਉਹੀ ਨੇ 328 ਸਰੂਪ ਜਿਨ੍ਹਾਂ ਦੀ ID ਦਰਜ ਨਹੀਂ ਗਈ ਗੁਰੂ ਗ੍ਰੰਥ ਸਾਹਿਬ ਭਵਨ 'ਚ, ਬਿਨਾਂ ID ਤੋਂ ਗਏ ਨੇ। ਇਹ ਉਹੀ ਸਰੂਪ ਨੇ। ਇਹਨਾਂ ਬੰਦਿਆਂ ਨੇ ਕੌਮ ਦੇ ਪੱਲੇ ਫੱਕਾ ਨਹੀਂ ਛੱਡਿਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਧਰੋਹ ਕੀਤਾ, ਮਕਾਰੀ ਕੀਤੀ, ਗਦਾਰੀ ਕੀਤੀ ਆ। ਉਹਨਾਂ ਦਾ ਕੱਖ ਨਾ ਰਿਹਾ ਤੇ ਨਾ ਰਹਿਣਾ। ਇਹ ਤੇ ਇਹਨਾਂ ਦੀਆਂ ਆਪਣੀਆਂ ਹੀ ਅਰਦਾਸਾਂ ਨੇ ਤੇ ਇਹਨਾਂ ਨੂੰ ਲੈ ਬੈਠੀਆਂ।
ਅੱਛਾ, ਬਿਕਰਮ ਮਜੀਠੀਆ ਜੀ ਜੇਲ੍ਹ 'ਚ ਸੀਗੇ, ਉਹ ਵਾਪਸ ਆਏ ਨੇ ਬੇਲ ਤੇ, ਬੜੇ ਸਰਗਰਮ ਨੇ। ਲੋਕ ਹੁਣ ਕਹਿ ਰਹੇ ਨੇ, ਕਈ ਜਿਹੜੇ ਉਹਨਾਂ ਦੇ ਨਾਲ ਜੁੜੇ ਨੇ, ਉਹ ਕਹਿ ਰਹੇ ਨੇ ਵੀ ਹੁਣ ਅਕਾਲੀ ਦਲ ਹੈ ਜਿਹੜੀ ਦੁਬਾਰੇ ਉੱਠੂਗੀ। ਬਿਕਰਮ ਮਜੀਠੀਆ ਬੜੇ ਐਕਟਿਵ ਨੇ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਉਹਨਾਂ ਦੀ ਕਾਰਜਸ਼ੈਲੀ? ਦੇਖੋ, ਇਹ ਸਮਗਲਰ ਜਿਹੜਾ ਸਮੈਕ ਵੇਚ ਕੇ ਜੇ ਜੇਲ੍ਹ 'ਚ ਗਿਆ ਤੇ ਉਹਨੇ ਕੋਈ ਕਾਰਗਲ ਫਤਿਹ ਨਹੀਂ ਕੀਤੀ, ਉਹਨੇ ਕੋਈ ਪੰਥ ਦਾ ਮਸਲਾ ਹੱਲ ਨਹੀਂ ਕੀਤਾ। ਇੱਥੇ ਤੇ ਪੰਥ ਦੇ ਮਸਲੇ ਹੱਲ ਕਰਨ ਵਾਲੇ ਜਿਹੜੇ ਲੋਕ ਨੇ 15 20 ਸਾਲ ਆਮ ਕੱਟ ਕੇ ਬੈਠੇ ਨੇ ਜੇਲ੍ਹ 'ਚੋਂ। ਇੱਥੇ ਉਹਨਾਂ ਨੂੰ ਅੱਜ ਤੱਕ ਕੋਈ ਪੁੱਛਦਾ ਨਹੀਂ। ਤੇ ਇਹ ਮਜੀਠੀਆ ਕੀ ਚੰਦ ਚਾੜ ਕੇ ਆ ਗਿਆ ਜੇਲ੍ਹ 'ਚੋਂ ਜਿਹੜਾ ਲੋਕੀ ਇਹਨੂੰ ਮੱਥਾ ਟੇਕੀ ਜਾਣਗੇ। ਇੱਥੇ ਕਈ ਮਜੀਠੀ ਆਏ ਤੇ ਕਈ ਜਾਣੇ ਨੇ, ਇਹ ਵੀ ਤੁਰ ਜਾਣਾ, ਦੇਖ ਲਿਓ ਤੁਸੀਂ। ਅੱਛਾ, ਇੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਦੁਬਾਰੇ ਗਰਮਾਇਆ ਹੋਇਆ ਜੀ। ਐਸਜੀਪੀਸੀ ਨੇ ਪੀਐਮ ਮੋਦੀ ਨੂੰ ਚਿੱਠੀ ਲਿਖੀ ਹੈ, ਸਮਾਂ ਮੰਗਿਆ ਵੀ ਸਾਡੇ ਨਾਲ ਗੱਲਬਾਤ ਕਰੋ, ਤੇ ਐਸਜੀਪੀਸੀ ਨੇ ਇਹ ਵੀ ਕਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪੱਧਰੀ ਜਿਹੜੇ ਆ ਪ੍ਰੋਟੈਸਟ ਕੀਤੇ ਜਾਣਗੇ, ਧਰਨੇ ਲਾਏ ਜਾਣਗੇ ਬੰਦੀ ਸਿੰਘਾਂ ਦੀ ਰਿਹਾਈ ਲਈ। ਜਿਹੜਾ ਐਡਵੋਕੇਟ ਧਾਮੀ ਵੱਲੋਂ ਇਹ ਚਿੱਠੀ ਲਿਖੀ ਗਈ ਹੈ, ਜਾਂ ਜੋ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਜਾ ਰਿਹਾ, ਇਹਨੂੰ ਕਿਵੇਂ ਦੇਖਦੇ ਹੋ ਤੇ ਅੜਚਨ ਕਿੱਥੇ ਆ ਰਹੀ ਤੁਹਾਨੂੰ ਕੀ ਲੱਗਦਾ? ਬਹੁਤ ਸਾਰੇ ਸਿੱਖ ਆਰਗੇਨਾਈਜੇਸ਼ਨਸ ਹੋਣ, ਹਿਊਮਨ ਰਾਈਟਸ ਐਕਟਿਵਿਸਟ ਹੋਣ, ਉਹ ਲੱਗੇ ਹੋਏ ਨੇ, ਪਰ ਕਿੱਥੇ ਜਿਹੜੀ ਅੜਚਨ ਪੈ ਰਹੀ? ਦੇਖੋ, ਇੱਕ ਨਾ ਮੈਂ ਲੰਬੇ ਸਮੇਂ ਤੋਂ ਦੇਖ ਰਿਹਾ, ਇਹ ਜਦੋਂ ਵੀ ਇਹ ਸ਼ੁਰੂ ਕਰਦੇ ਨੇ ਰਿਹਾਈਆਂ ਦਾ ਕਿੱਸਾ, ਕਦੀ 11 ਮੈਂਬਰੀ ਟੀਮ ਸਰਨਾ ਆ ਗਿਆ, ਮਨਜੀਤ ਜੀ ਕੇ ਆ ਗਿਆ, ਬਾਦਲ ਆ ਗਿਆ, ਮਾਨ ਸਾਹਿਬ ਆ ਗਏ, 11 ਮੈਂਬਰੀ ਟੀਮ, ਉਹ ਹੋਲਡ ਕਰ ਲੈਂਦੇ ਨੇ ਰਿਹਾਈ ਨੂੰ। ਤੁਸੀਂ ਦੇਖੋ, ਐਡਾ ਵੱਡਾ ਕਿਸਾਨ ਅੰਦੋਲਨ ਹੋਇਆ, ਕਿਸਾਨ ਅੰਦੋਲਨ ਜਿਹੜਾ ਕਾਮਯਾਬ ਅੰਦੋਲਨ ਸੀ, ਉਹਦੇ ਵਿੱਚ ਸੈਂਟਰ ਸਰਕਾਰ ਨੇ ਕਿਹਨੂੰ ਹੀਰੋ ਬਣਾਇਆ, ਕਿਹਨੂੰ ਬਣ ਦਿੱਤਾ? ਕੋਈ ਹੀਰੋ ਬਣ ਪਾਇਆ? ਇਹ ਰਿਹਾਈਆਂ ਦੇ ਮਾਮਲੇ ਤੇ ਇਹਨਾਂ ਨੂੰ ਹੀਰੋ ਬਣਾਉਣਗੇ, ਸੜਿਆਂ ਗਲਿਆਂ ਨੂੰ ਕਿਉਂ ਬਣਾਉਣਗੇ? ਉਹ ਉਹਨਾਂ ਦੀ ਆਪਣੀ ਰਾਜਨੀਤੀ ਹੈ ਨਹੀਂ ਇੱਥੇ। ਇਹ ਜਦੋਂ ਵੀ ਇਹ ਝੰਜਟ, ਜਦੋਂ ਕੋਈ ਰਿਹਾਈਆਂ ਦਾ ਮਸਲਾ ਸਾਹਮਣੇ ਬਣਨ ਲੱਗਦਾ, ਉਹ ਛੱਡਣ ਲਈ ਮਨ ਬਣਾਉਂਦੀ ਸੈਂਟਰ ਸਰਕਾਰ, ਜਾਂ ਕੋਈ ਮਾਹੌਲ ਬਣਦਾ, ਉਦੋਂ ਇਹ ਸਿਹਰਾ ਲੈਣ ਲਈ ਵੀ ਇਹ ਨਾ ਸਾਡੇ ਲੱਗ ਜੇ, ਇਹ ਅੱਗੇ ਲੱਗ ਕੇ ਤੁਰ ਪੈਂਦੇ, ਉੱਥੋਂ ਹੋਲਡ ਹੋ ਜਾਂਦੀ ਹੈ। ਇਹ ਬੰਦੀ ਸਿੰਘਾਂ ਨੂੰ ਬੰਦੀ ਬਣਾਉਣ ਲਈ ਜ਼ਿੰਮੇਵਾਰੀ ਇਹ ਪਰਿਵਾਰ ਹੈ। ਨਹੀਂ ਤੇ ਇਹਨੂੰ 97 ਤੋਂ ਬਾਅਦ ਬਾਦਲ ਨੂੰ ਦੱਸਿਆ ਨਹੀਂ ਕੋਈ ਬੰਦੀ ਅੰਦਰ ਬੈਠਾ, ਅੰਦਰ ਜੇਲ੍ਹ 'ਚ ਬੈਠਾ। ਤੇ ਇਹ ਜਿਨ੍ਹਾਂ ਨੇ ਤੁਸੀਂ 80 ਤੋਂ ਲੈ ਕੇ ਉਹਨਾਂ ਨੂੰ ਪਰਵਾਨੇ ਬਣਾ ਕੇ ਸ਼ਮਾ ਤੇ ਸੜਨ ਲਈ ਭੇਜਿਆ, ਤੁਹਾਨੂੰ ਨਹੀਂ ਪਤਾ ਇਹ ਕੌਣ ਨੇ? ਤੁਸੀਂ ਆਪ ਇਹਨਾਂ ਨੂੰ ਕੈਦੀ ਬਣਾਇਆ। ਇਹ ਪਖੰਡ ਆ। ਇਹ ਜਿਹੜਾ ਜੋ ਕੁਝ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨੇ ਜੋ ਕੁਝ ਵੀ ਕੀਤਾ, ਇਹ ਅੱਖਾਂ 'ਚ ਘੱਟਾ ਪਾਉਣ ਵਾਲਾ। ਵਿਹਲੇ ਹੈਗੇ ਆ, ਕੋਈ ਕੰਮ ਕਾਰ ਹੈ ਨਹੀਂਗਾ ਹੁਣ, ਤੇ ਲੋਕਾਂ ਨੂੰ ਦਿਖਾਉਣ ਲਈ ਇਹ ਧੰਦਾ ਸ਼ੁਰੂ ਕੀਤਾ ਇਹਨਾਂ ਨੇ। ਅਕਾਲੀ ਦਲ ਨੇ ਹੁਣ ਚੋਣ ਏਜੰਡਾ ਹੀ ਇਹੀ ਬਣਾ ਰੱਖਿਆ ਹੈ, ਚਾਹੇ ਬਾਏ ਇਲੈਕਸ਼ਨ ਹੈ, ਤੁਸੀਂ ਦੇਖਿਆ ਹੋਣਾ ਬੰਦੀ ਸਿੰਘਾਂ ਦੀ ਰਿਹਾਈ ਦਾ ਕੈਂਡੀਡੇਟ ਵੀ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਦਾ ਨੁਕਸਾਨ ਕਰ ਰਿਹਾ ਉਲਟਾ। ਮੈਂ ਜੋ ਮਹਿਸੂਸ ਕਰਦਾ, ਮੈਂ ਬੜੇ ਲੰਬੇ ਸਮੇਂ ਤੋਂ ਦੇਖ ਰਿਹਾ, ਜਦੋਂ ਵੀ ਮਾਹੌਲ ਬਣਦਾ, ਜਦੋਂ ਵੀ ਲੱਗਦਾ ਹੈ ਕਿ ਰਿਹਾਈ ਹੋ ਸਕਦੀ, ਉਦੋਂ ਇਹ ਉਹਦਾ ਸਿਹਰਾ ਸਾਡੇ ਗੱਲ 'ਚ ਪੈ ਜਾਵੇ, ਉਹਦੀ ਪ੍ਰਭਤਾ ਸਾਨੂੰ ਮਿਲ ਜਾਵੇ, ਇਹ ਉੱਠ ਕੇ ਖੜੇ ਹੋ ਜਾਂਦੇ ਨੇ, ਉਹ ਫਿਰ ਉੱਥੇ ਹੋਲਡ ਹੋ ਜਾਂਦੀ ਹੈ। ਅੱਛਾ ਜੀ, ਐਸਜੀਪੀਸੀ ਦੀਆਂ ਚੋਣਾਂ ਦਾ ਤੁਸੀਂ ਹੁਣੇ ਜ਼ਿਕਰ ਵੀ ਕੀਤਾ, ਉਹਦਾ ਕਾਰਨ ਕੀ ਹੈ? ਸਰਕਾਰਾਂ ਵੀ ਲਗਾਤਾਰ, ਹੁਣ ਤਾਂ ਪਹਿਲਾਂ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਬੜੀਆਂ ਮੰਗਾਂ ਉੱਠੀਆਂ, ਬਹੁਤ ਆਵਾਜ਼ਾਂ ਉੱਠੀਆਂ ਵੀ ਇਲੈਕਸ਼ਨ ਕਿਉਂ ਨਹੀਂ ਹੋ ਰਹੇ। ਹੁਣ ਭਗਵੰਤ ਮਾਨ ਦੀ ਸਰਕਾਰ ਹੈ, ਤੇ ਤੁਸੀਂ ਮੁਲਾਕਾਤ ਕੀਤੀ ਹੈ ਕੋਈ, ਜਾਂ ਆਉਣ ਵਾਲੇ ਦਿਨਾਂ 'ਚ ਕਰਨ ਦੀ ਸੋਚ ਰਹੇ ਹੋ? ਕੀ ਮੰਗ ਤੁਸੀਂ ਆਉਣ ਵਾਲੇ ਦਿਨਾਂ 'ਚ ਕਰੋਗੇ? ਇਹ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਆ, ਲੋਕ ਸਭਾ ਦੀ ਹੁੰਦੀ ਹੈ, ਤੇ ਕੋਈ ਮੰਗ ਕਰਦਾ? ਇੱਥੇ 12 ਸਾਲ ਹੋ ਗਏ ਨੇ ਇਲੈਕਸ਼ਨ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸਰਕਾਰਾਂ ਨੂੰ। ਸਿੱਖਾਂ ਦੀ ਜਮਹੂਰੀਅਤ ਬਹਾਲ ਹੋਣੀ ਚਾਹੀਦੀ ਆ, ਸਿੱਖਾਂ ਨੂੰ ਆਪਣਾ ਲੀਡਰ ਚੁਣਨ ਦਾ ਮੌਕਾ ਦੇਣਾ ਚਾਹੀਦਾ। ਇਹ ਐਸਜੀਪੀਸੀ ਆ ਜਿਹਦੇ ਵਿੱਚੋਂ ਸਾਡੇ ਲੀਡਰ ਨਿਕਲਣੇ ਆ। ਐਸਜੀਪੀਸੀ ਆ ਜਿਹੜਾ ਸਾਡਾ ਇੱਕ ਪਲੇਟਫਾਰਮ ਆ, ਤੇ ਅਸੀਂ ਕੋਈ ਡਿਮਾਂਡ ਕਰ ਸਕੀਏ ਸੈਂਟਰ ਸਰਕਾਰ ਤੋਂ। ਚੁਣੀ ਹੋਈ ਜਮਾਤ ਜਿਹੜੀ ਆ, ਨਵੇਂ ਸਿੱਖ ਅਗਰ ਅੱਜ ਕੀ ਚਾਹੁੰਦੇ ਨੇ, ਉਹ ਸਿੱਖਾਂ ਦੀ ਚੁਆਇਸ ਜਿਹੜੀ ਲੀਡਰਸ਼ਿਪ ਹੋਊਗੀ। ਲੀਡਰਸ਼ਿਪ ਕੀ ਚਾਹੁੰਦੀ ਹੈ, ਸਿੱਖਾਂ ਦੀ ਤਰਜਮਾਨੀ ਕਰਦੀ, ਉਹ ਜਦੋਂ ਮਤਾ ਪਾਸ ਕਰਨਗੇ ਉਹਨਾਂ ਨੂੰ ਪਤਾ ਹੋਊਗਾ। ਇਹ ਇਲੈਕਸ਼ਨ ਕਿਉਂ ਨਹੀਂ ਹੋ ਰਹੇ? ਇਲੈਕਸ਼ਨ ਜਿਹੜੇ ਨੇ, ਪਹਿਲਾਂ ਤੇ ਰਾਜਾ ਸਾਹਿਬ ਨੇ ਬੜੀ ਦੇਰ ਕਰਤੀ, ਦਫ਼ਤਰ ਬਣਾ ਰਹੇ ਐ ਕਰ ਰਹੇ ਆ। 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਦਾ ਹੁੰਦਾ ਇਲੈਕਸ਼ਨ ਕਮਿਸ਼ਨ ਦਾ, 2 ਸਾਲ ਦਾ, ਤੇ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨੂੰ ਬੈਠੇ ਨੂੰ, ਘਰ ਬੈਠੇ ਨੂੰ। ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦਫ਼ਤਰ ਨਹੀਂ ਦਿੱਤਾ। ਇਹ ਸਰਕਾਰ ਜਦੋਂ ਦੀ ਆਈ, ਆਮ ਆਦਮੀ ਪਾਰਟੀ ਸਰਕਾਰ, ਅਸੀਂ ਸੋਚਦੇ ਹੀ ਆਉਂਦੇ ਇਮੀਡੀਏਟਲੀ ਕਰਨਗੇ, ਪਰ ਇਹਨਾਂ ਦੇ ਮਨ 'ਚ ਵੀ ਪਤਾ ਨਹੀਂ ਕੀ ਆ ਕਿ ਕਮੇਟੀ ਅਸੀਂ ਨਾ ਖੋਲ੍ਹ ਲਈਏ, ਕੋਈ ਤਰੀਕਾ ਲੱਭਣ ਡਿਆ। ਤਾਂ ਤੁਸੀਂ ਦੱਸੋ, ਜਦੋਂ ਇੱਕ ਇਲੈਕਸ਼ਨ ਕਮਿਸ਼ਨ ਨੂੰ ਸਟਾਫ ਦੇਣਾ, ਉਹ ਕਿਉਂ ਨਹੀਂ ਦਿੱਤਾ ਜਾ ਰਿਹਾ? ਅਸੀਂ
ਇੱਕ ਦੋ ਦਿਨਾਂ 'ਚ ਪ੍ਰੈਸ ਕਾਨਫਰੰਸ ਕਰਕੇ ਡਿਮਾਂਡ ਕਰਾਂਗੇ, ਰਾਜਪਾਲ ਨੂੰ ਮੰਗ ਪੱਤਰ ਵੀ ਦਿਆਂਗੇ, ਦੋਵਾਂ ਸਰਕਾਰਾਂ ਨੂੰ ਇਹ ਇੱਕ ਮੈਮੋਰੈਂਡਮ ਦੇਵਾਂਗੇ ਇੱਕ ਜਲੂਸ ਦੀ ਸ਼ਕਲ 'ਚ ਜਾ ਕੇ। ਇਹ ਅਸੀਂ ਬੜੇ ਸ਼ਿੱਦਤ ਨਾਲ ਲੱਗੇ ਹੋਏ ਆ, ਪਿੰਡ ਪਿੰਡ ਜਾ ਰਹੇ ਆ। ਸਾਡੀ ਇੱਕੋ ਇੱਕ ਚੁਆਇਸ ਆ, ਸਰਕਾਰ ਧੱਕੇ ਨਾਲ ਬਾਦਲ ਨੂੰ ਬਦਮਾਸ਼ੀ ਦੇ ਨਾਲ ਉੱਥੇ ਕਾਬਜ਼ ਕਰਵਾ ਰਹੀ ਹੈ। ਬਾਦਲ ਦਾ ਕੀ ਮਤਲਬ ਹੈ ਉੱਥੇ? SGPC ਜਿਹੜੀ ਹੈ 12 ਸਾਲ ਤੋਂ ਲਗਾਤਾਰ ਬਾਦਲ ਦਾ ਮੁੰਡਾ ਵਰਤਣ ਡਿਆ, ਕਰੋੜਾਂ ਰੁਪਏ ਵਰਤਣ ਡਿਆ ਉੱਥੋਂ ਦੇ। ਇਹ ਜਿਹੜਾ ਬਾਰ-ਬਾਰ ਕਹਿੰਦਾ ਇਹ ਅਕਾਲੀ ਦਲ ਆ ਕਿ ਜੀ ਅਕਾਲੀ ਦਲ ਦਾ ਇੰਨੇ ਕਰੋੜ ਰੁਪਏ ਦਾ ਉਹ ਖਰਚਾ ਜੀ ਕੌਣ ਕਰੂਗਾ ਜੀ? ਇਹ ਪਹਿਲਾਂ ਤੇਰਾ ਬਾਪ ਕਰਦਾ ਸੀ, ਤੂੰ ਕਰਦਾ ਸੀ, ਕਮੇਟੀ ਕਰਦੀ ਹੈ, ਕਮੇਟੀ ਤੋਂ ਤੁਸੀਂ ਲੈ ਰਹੇ ਹੋ। ਜਿੰਨੀਆਂ ਨੌਕਰੀਆਂ ਨੇ ਉਹਨਾਂ 'ਚ ਦਿੱਤੀਆਂ, ਜਿੰਨਾ IT ਸੈੱਲ ਆ ਸਾਰਿਆਂ ਦੇ ਪੈਸਾ ਕਮੇਟੀ ਦੇ ਰਹੀ ਹੈ। ਲੰਗਰ ਤੁਸੀਂ ਗੁਰੂ ਘਰ ਦਾ ਖਵਾ ਰਹੇ ਹੋ ਆਪਣੇ ਲਈ, ਜਿੰਨੀਆਂ ਮੀਟਿੰਗਾਂ 'ਚ ਤੁਸੀਂ ਕਿਹੜਾ ਖਰਚਾ ਜਿਹੜਾ ਉਹ ਆਪ ਕੀਤਾ ਹੈ, ਆਪਣੀ ਜੇਬ 'ਚੋਂ ਕੀਤਾ। ਤਾਂ ਇਹ ਜਿਹੜਾ ਪ੍ਰਬੰਧਕ ਕਮੇਟੀ ਆ ਨਜਾਇਜ਼ ਤਰੀਕੇ ਨਾਲ ਕਬਜ਼ਾ ਕਰਕੇ ਬਾਦਲ ਵਰਤ ਰਿਹਾ ਤੇ ਕਰਵਾ ਰਹੀਆਂ ਸਰਕਾਰਾਂ। ਜਿਸ ਤਰ੍ਹਾਂ ਪਹਿਲਾਂ ਰਾਜਾ ਸਾਹਿਬ ਉਹਨੂੰ ਕਰਵਾਈ ਜਾਂਦੇ, ਉਸ ਤਰ੍ਹਾਂ ਹੀ ਹੁਣ ਇਹ ਆਮ ਆਦਮੀ ਪਾਰਟੀ ਸਰਕਾਰ ਕਰਵਾ ਰਹੀ ਜੀ, ਉਸ ਤਰ੍ਹਾਂ ਹੀ ਸੈਂਟਰ ਸਰਕਾਰ ਕਰਵਾਈ ਜਾ ਰਹੀ ਹੈ। ਤੇ ਇਹਦੇ ਇਲੈਕਸ਼ਨ ਹੋਣੇ ਚਾਹੀਦੇ ਇਮੀਡੀਏਟਲੀ। ਬੇਅਦਬੀ ਦਾ ਜਿਹੜਾ ਮੁੱਦਾ ਹੈ ਜੀ, ਬਹੁਤ ਸਾਲਾਂ ਤੋਂ ਲੋਕਾਂ ਦੇ ਜ਼ਿਹਨ 'ਚੋਂ ਨਹੀਂ ਜਾ ਰਿਹਾ, ਕਿਉਂਕਿ ਬੜਾ ਸੈਂਸਿਟਿਵ ਇਸ਼ੂ ਸੀਗਾ। ਸਰਕਾਰਾਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਇਸ 'ਤੇ ਆਪਣੀ ਸਿਆਸਤ ਕਰਦੀਆਂ ਰਹੀਆਂ ਨੇ। ਹੁਣ ਸਰਕਾਰ ਵੀ ਬਦਲੀ ਹੈ। ਇਹ ਸਰਕਾਰ ਨੇ ਪਹਿਲਾਂ ਇਹ ਵੀ ਕਿਹਾ ਸੀਗਾ ਕਿ ਸਾਡੇ ਕੋਲੇ ਸੱਤਾ ਆ ਗਈ ਤਾਂ ਅਸੀਂ 24 ਘੰਟਿਆਂ ਦੇ ਵਿੱਚ ਹੀ ਇਨਸਾਫ ਦਿਵਾ ਦਾਂਗੇ, ਮੁੱਦਾ ਹੱਲ ਹੋਊਗਾ। ਪਰ ਹੁਣ ਇਹ ਕਹਿ ਦੇਣਾ ਵੀ ਇਹ ਤਾਂ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ, ਕਿਵੇਂ ਦੇਖਦੇ ਹੋ? ਇਹ ਜੇ ਕਹਿਣਗੇ ਨਾ ਤੇ ਲੋਕੀ ਵੀ ਸੁਣ ਲਈ ਬੈਠੇ ਨੇ ਕੀ ਕਹਿੰਦੇ ਨੇ। ਇਹਨਾਂ ਨੂੰ ਵੀ ਪਤਾ ਵੀ 3 ਸਰਕਾਰਾਂ ਇਦਾਂ ਹੀ ਗਈਆਂ ਤੇ ਇਹਨਾਂ ਦੀ ਵੀ ਇਸ ਤਰ੍ਹਾਂ ਹੀ ਜਾਊਗੀ ਜੇ ਇਹ ਮੁੱਦਾ ਹੱਲ ਨਹੀਂ ਕਰਨਗੇ। ਤੇ ਇਹ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਲੋਕਾਂ ਦੀਆਂ ਅੱਖਾਂ ਸਾਹਮਣੇ ਇਹ ਜ਼ੁਲਮ ਹੋਇਆ, ਲੋਕਾਂ ਦੀਆਂ ਅੱਖਾਂ ਸਾਹਮਣੇ ਨਿਰਦੋਸ਼ ਗੋਲੀਆਂ ਨਾਲ ਵਿੰਨੇ ਗਏ ਨੇ। ਜੇ ਇਹ ਮੁੱਦਾ ਇਸ ਸਰਕਾਰ ਤੋਂ ਹੱਲ ਨਹੀਂ ਹੋਇਆ ਤੇ ਇਹ ਸਰਕਾਰ ਵੀ ਨਹੀਂ ਰਹਿਣੀ, ਇਹਨੂੰ ਵੀ ਉਸ ਤਰ੍ਹਾਂ ਹੀ ਜਾਣਾ ਪਊ ਜਿਸ ਤਰ੍ਹਾਂ ਰਾਜਾ ਸਾਹਿਬ ਦੀ ਗਈ ਹੈ। ਜਿਹੜੀ SIT ਬਣੀ ਹੈ ਜੀ, ਸੁਖਬੀਰ ਬਾਦਲ ਨੂੰ ਸਮਨ ਕੀਤਾ ਗਿਆ ਉਹ ਇਸ ਕੋਟਕਪੂਰਾ ਫਾਇਰਿੰਗ ਤੇ ਬਹਿਬਲ ਕਲਾ ਫਾਇਰਿੰਗ ਕੇਸ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ। ਸੁਖਬੀਰ ਬਾਦਲ ਕਹਿ ਰਹੇ ਨੇ ਵੀ ਮੈਨੂੰ ਜਿੰਨੇ ਵਾਰ ਮਰਜ਼ੀ ਬੁਲਾਓ, ਮੈਨੂੰ ਪਤਾ ਸਾਡੇ ਵੇਲੇ ਕੁਛ ਨਹੀਂ ਹੋਇਆ, ਅਸੀਂ ਨਿਰਦੋਸ਼ ਹੈ ਤੇ ਅਸੀਂ ਹਰ ਥਾਂ ਤੇ ਪਹੁੰਚਣ ਲਈ ਤਿਆਰ ਹੈਗੇ ਹਾਂ। ਕਿਵੇਂ ਦੇਖਦੇ ਹੋ? ਲੱਗਦਾ ਵੀ ਸੁਖਬੀਰ ਬਾਦਲ ਨੂੰ ਕੋਈ ਡਰ ਹੋਊਗਾ ਜਾਂ ਇਹ ਸਮਨ ਜਿਹੜੇ ਜਾ ਰਹੇ ਨੇ, ਲੱਗਦਾ ਵੀ ਇਹ ਵਾਕਈ ਕੁਝ ਜ਼ਮੀਨੀ ਪੱਧਰ ਤੇ ਹੋਊਗਾ? ਸੁਖਬੀਰ ਬਾਦਲ ਦੀ ਸਰਕਾਰ ਦੇ ਵਿੱਚ ਇਹ ਕੰਮ ਹੋਇਆ, ਉਹਨਾਂ ਨੇ ਸਾਰਿਆਂ ਨੂੰ ਬਚਾਇਆ। ਉਹਨਾਂ ਨੇ ਕੋਈ ਵੀ ਪ੍ਰੂਫ ਕਿਸੇ ਏਜੰਸੀ ਨੂੰ ਦਿੱਤਾ ਨਹੀਂ, ਨਾ ਕਿਸੇ ਦੀ ਉਹ ਜਸਟਿਸ ਲੈਣ ਲਈ ਪਹੁੰਚ ਕੀਤੀ ਆ। ਪਹੁੰਚ ਤੇ ਕੀ ਕਰਨੀ, ਆਪ ਹੀ ਨਹੀਂ ਕੀਤਾ ਜੋ CM ਆਪ ਸੀ। 3 ਸਾਲ ਇਹਨਾਂ ਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕੀਤੀ, ਕਿਉਂ ਨਹੀਂ ਅਰੈਸਟ ਕੀਤਾ ਉਹਨੂੰ। ਇਹਨਾਂ ਨੂੰ ਨਹੀਂ ਪਤਾ ਇਹ ਗੋਲੀਆਂ ਨਾਲ ਕਿਹੜੀ ਪੁਲਿਸ ਨੇ ਵਿੰਨੇ, ਪੁਲਿਸ ਅਫਸਰਾਂ ਨੂੰ ਸਜ਼ਾ ਦਿੱਤੀ ਹੈ ਨਾ। ਇਹ ਸਾਰਾ ਕੁਝ ਸੁਖਬੀਰ ਬਾਦਲ ਨੂੰ ਪਤਾ। ਜਿਹੜੀ ਪ੍ਰਬੰਧਕ ਕਮੇਟੀ ਨੇ ਸਹਿਯੋਗ ਕਰਨਾ ਸੀ, ਡਿਮਾਂਡ ਕਰਨੀ ਸੀ, ਉਹ ਪ੍ਰਬੰਧਕ ਕਮੇਟੀ ਲਕਾਉਂਦੀ ਰਹੀ ਪ੍ਰੂਫ ਸਾਰੇ ਆਪਣੇ। ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਪ੍ਰਬੰਧਕ ਕਮੇਟੀ ਨੇ ਦਫ਼ਤਰ ਨਹੀਂ ਵੜਨ ਦਿੱਤਾ। ਕੀ ਮਤਲਬ ਆ? ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਆਇਆ, ਕਮਿਸ਼ਨ ਬਣਾਇਆ। ਪਹਿਲਾਂ ਬਾਦਲ ਨੇ ਆਪਣਾ ਕਮਿਸ਼ਨ ਬਣਾਇਆ, ਆਪ ਨਹੀਂ ਮੰਨਿਆ। ਤੋ ਬਾਦਲ ਨੇ ਤੇ ਆਪਣੇ ਕਮਿਸ਼ਨ ਬਣਾਏ, ਆਪ ਨਹੀਂ ਮੰਨੇ, ਆਪ ਇਨਕੁਆਇਰੀ ਨਹੀਂ ਕਰਾਈ, ਤਾਂ ਕਿਸੇ ਦੀ ਕਿਵੇਂ ਮੰਨੂਗਾ? ਇਹ ਤੇ ਇਹ ਸਰਕਾਰ ਦੇ ਵਿੱਚ ਦਮ ਆ ਤੇ ਉਹਨੂੰ ਫੜ ਕੇ ਅੰਦਰ ਕਰੇ ਤੇ ਉਹਦੇ ਬਾਅਦ ਇਨਵੈਸਟੀਗੇਸ਼ਨ ਹੋਵੇ, ਫੇਰ ਹੋਊਗੀ। ਪਰ ਇਹ ਘਟਨਾਵਾਂ ਬੇਅਦਬੀ ਦੀਆਂ ਹੁਣ ਬਹੁਤ ਵੱਧ ਚੁੱਕੀਆਂ ਨੇ। ਗੁਰੂ ਘਰਾਂ 'ਚ ਆਪਾਂ ਸੁਣ ਰਹੇ ਸੀਗੇ, ਚਲੋ ਹੋ ਰਹੀਆਂ ਸੀ, ਬੜੀ ਮਾੜੀ ਗੱਲ ਸੀ। ਹੁਣ ਬੀਤੇ ਦਿਨ ਜਿਹੜੀ ਪੱਟੀ ਦੇ ਲਾਗੇ ਚਰਚ ਦੇ ਵਿੱਚ ਅਟੈਕ ਹੋਇਆ, ਸੋ ਹੋਰਾਂ ਧਰਮਾਂ ਤੇ ਵੀ ਅਟੈਕ ਕੀਤਾ ਜਾ ਰਿਹਾ। ਸੋ ਇਹ ਲਗਾਤਾਰ ਮਾਹੌਲ ਜਿਹੜਾ ਸੂਬੇ ਦਾ ਖਰਾਬ ਹੋ ਰਿਹਾ। ਕਿਵੇਂ ਚਰਚ ਤੋੜਿਆ ਸਾਡੇ ਮਸਲੇ ਹੱਲ ਨਹੀਂ ਹੋਣੇ। ਜਿਹੜਾ ਸਾਡੇ ਬੱਚੇ, ਗਰੀਬ ਬੱਚੇ ਜਿਹੜੇ ਨੇ ਉਹ ਜਾ ਰਹੇ ਨੇ ਈਸਾਈ ਧਰਮ ਵੱਲ ਜਾ ਰਹੇ ਨੇ, ਉਹਦਾ ਕਾਰਨ ਹੈ। ਉਹਦਾ ਕਾਰਨ ਹੈ ਕਿ ਗਰੀਬ ਬੱਚਿਆਂ ਨੂੰ ਜਦੋਂ ਤੁਸੀਂ ਵਰਦੀ ਦੇ ਦਿਓਗੇ, ਤੁਸੀਂ ਉਹਨਾਂ ਦੀ ਫੀਸ ਮਾਫ ਕਰੋਗੇ, ਚੰਗੀ ਐਜੂਕੇਸ਼ਨ ਦਿਓਗੇ, ਤਾਂ ਕੁਦਰਤੀ ਉਧਰ ਖਿੱਚੇ ਜਾਣਗੇ। ਵੀ ਤੁਹਾਡੇ ਕੋਲ ਕੀ ਕਾਲੀ ਕੀੜੀ ਪਈ, ਤੁਸੀਂ ਕਿਉਂ ਨਹੀਂ ਦੇ ਰਹੇ? ਪ੍ਰਬੰਧਕ ਕਮੇਟੀ ਦਾ 1500 ਕਰੋੜ ਦਾ ਬਜਟ ਆ, ਉਹ ਬਾਦਲ ਨੂੰ ਰਾਜਨੀਤੀ ਕਰਨ ਲਈ ਦੇ ਰਿਹਾ। ਉਹ ਇਸ ਲਈ ਆ ਵੀ ਬਾਦਲ ਦਾ ਪਰਿਵਾਰ ਐਸ਼ ਕਰੇ। ਸਾਡੀ ਗੁਰੂ ਦੀ ਗੋਲਕ, ਗੁਰੂ ਨਾਨਕ ਦੀ ਸੱਚੀ ਸਰਕਾਰ ਬਣੀ ਇਸ ਕਰਕੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਤੇ ਗੁਰੂ ਦੀ ਗੋਲਕ 'ਚੋਂ ਗਰੀਬ ਬੱਚੇ ਦੀ ਐਜੂਕੇਸ਼ਨ ਮਿਲੇ। ਗਰੀਬ ਬੱਚੇ ਨੂੰ ਐਜੂਕੇਸ਼ਨ ਅਸੀਂ ਦੇ ਨਹੀਂ ਪਾ ਰਹੇ। ਜੇ ਕੋਈ ਦਿੰਦਾ ਆ ਤੇ ਬੱਚੇ ਉਧਰ ਪ੍ਰਭਾਵਿਤ ਹੋ ਰਹੇ ਨੇ, ਤੇ ਉਹਨਾਂ ਦੇ ਚਰਚ ਤੋੜਿਆ ਅਸੀਂ ਕੀ ਕਰ ਲਵਾਂਗੇ? ਇਹ ਬਹੁਤ ਨਜਾਇਜ਼ ਜਿਹਾ ਕੰਮ ਹੈ। ਇਹ ਜਿਹੜਾ ਦੋਸ਼ੀ ਆ ਉਹ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਬੰਧਕ ਕਮੇਟੀ ਆ।
ਇਹਨਾਂ ਦਾ ਸਿਰ ਭੰਨੋ ਜੇ ਕਿਸੇ ਨੇ ਭੰਨਣਾ ਤੇ ਚਰਚ ਨਹੀਂ ਤੋੜਨਾ ਚਾਹੀਦਾ। ਅੱਛਾ, ਜਾਂਦੇ ਆਂਦੇ ਆਪਾਂ ਫੇਰ ਉਹੀ ਗੱਲ ਕਰਾਂਗੇ ਜਿੱਥੋਂ ਸ਼ੁਰੂ ਕੀਤੀ ਸੀ, ਜਿਹੜੇ ਸੁਖਵੀਰ ਬਾਦਲ ਨੇ ਐਲਾਨ ਨਵੇਂ ਕੀਤੇ ਨੇ। ਇੱਕ ਉਹਦੇ 'ਚ ਇਹ ਵੀ ਕਿਹਾ ਵੀ ਜਿੰਨੇ ਵੀ ਜਿਹੜੇ ਸਿੱਖ ਆਫਿਸ ਬੇਅਰਰਸ ਹੋਣਗੇ ਉਹਨਾਂ ਲਈ ਕੰਡੀਸ਼ਨ ਹੈ ਉਹ ਸਾਰੇ ਸਾਬਤ ਸੂਰਤ ਹੋਣੇ ਚਾਹੀਦੇ ਨੇ। ਇਹ ਕੰਡੀਸ਼ਨ ਲਾਉਣ ਵਾਲਾ ਹੈ ਕੌਣ ਆ? ਦੂਸਰੀ ਗੱਲ, ਇਹਦੇ ਆਪ ਦੇ ਪੱਲੇ ਕੀ ਆ? ਇਹਦੇ ਆਪ ਦੇ ਪੱਲੇ ਕੀ? ਉਹ ਸਿੱਖੀਜ਼ਮ ਦੇ ਵਿੱਚੋਂ ਇਹਦੇ ਅੰਦਰ ਕੋਈ ਅਕਾਲੀ ਰੰਗਤ ਹੈਗੀ ਆ? ਉਹ ਦਿਖਾਵੇ ਕਿਸੇ ਸਟੇਜ ਤੇ ਕਿ ਇਹ ਅਕਾਲੀ ਆ। ਇਹ ਪਹਿਲਾਂ ਆਪਣੇ ਆਪ ਨੂੰ ਤਾਂ ਸਾਬਤ ਕਰੇ, ਸਿੱਖਿਆ ਸਾਬਤ ਸੂਰ ਸਿੱਖਿਆ, ਇਹ ਮੁਕੰਮਲ ਸਿੱਖਿਆ, ਇਹ ਅਕਾਲੀ ਸਿੱਖਿਆ। ਇਹ ਸਟੇਜ ਤੇ ਖਲੋਂਦਾ ਹੈ ਤੇ ਕਿਸੇ ਨੂੰ ਧਰਮ ਦੀ ਰੰਗਤ ਚੜ੍ਹਦੀ ਆ, ਇਤਿਹਾਸ ਹਿਸਟਰੀ ਦੀ ਰੰਗਤ ਚੜ੍ਹਦੀ ਆ, ਇਹ ਕੋਈ ਜਾਣਕਾਰੀ ਤੇ ਦੇਵੇ ਆਪਣੀ ਇਹਦੀ ਡੈਫੀਨੇਸ਼ਨ ਕੀ ਆ? ਅਕਾਲੀ ਦਲ ਦੀ ਰੂਹ ਕੀ ਆ? ਇਹਨੂੰ ਪਤਾ ਇਸ ਬੰਦੇ ਨੂੰ ਜਾਂ ਇਹਦੇ ਬਾਪ ਨੂੰ ਪਤਾ? ਉਹ ਪਹਿਲਾਂ ਆਪ ਤੇ ਉਜਾਗਰ ਕਰਨ, ਆਪ ਤੇ ਪ੍ਰਗਟ ਕਰਨ। ਇਹਨੂੰ ਤੇ ਇਹ ਨਹੀਂ ਪਤਾ ਵੀ ਸਾਈ ਮੀਆਂ ਮੀਰ ਜਦੋਂ ਨੀਂਹ ਰੱਖਦਾ ਪਿਆ ਸੀ ਉਦੋਂ ਅੰਮ੍ਰਿਤਧਾਰੀ ਸਿੱਖ ਨਹੀਂ ਸੀ ਹੁੰਦੇ। ਕਹਿੰਦਾ ਗੁਰੂ ਅਰਜਨ ਦੇਵ ਜੀ ਅੰਮ੍ਰਿਤਧਾਰੀ ਤੋਂ ਸਿੱਖ ਤੋਂ ਨਾ ਰਖਾ ਲੈਂਦੇ। ਇਹ ਇੰਨਾ ਕੁ ਤੇ ਵਾਕਫ ਹੈ ਸਾਡੇ ਸਿੱਖ ਧਰਮ ਤੋਂ। ਇਹ ਕੀ ਇਹ ਸਿਸਟਮ ਬਣਾਊਗਾ ਸਾਡੇ ਅਕਾਲੀ ਦਲ ਦੇ ਸੰਵਿਧਾਨ ਬਣੇ ਨੇ, ਅਕਾਲੀ ਦਲ ਦਾ ਸਿਸਟਮ ਬਣਿਆ ਤੇ ਅਕਾਲੀਆਂ ਨੂੰ ਪਤਾ ਕਿੱਦਾਂ ਕੀ ਕਰਨਾ। ਇਹ ਖਹਿੜਾ ਛੱਡੇ ਅਕਾਲੀ ਦਲ ਦਾ ਤੇ ਘਰ ਨੂੰ ਜਾਵੇ ਤੇ ਅਕਾਲੀ ਦਲ ਆਪਣੇ ਆਪ ਉੱਠੂਗਾ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸੋ ਭਾਈ ਰਣਜੀਤ ਸਿੰਘ ਜੀ ਨੇ ਹਰ ਇੱਕ ਮੁੱਦੇ ਤੇ ਖੁੱਲ੍ਹ ਕੇ ਗੱਲ ਕੀਤੀ ਹੈ ਤੇ ਖਾਸ ਤੌਰ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਾਰਟੀ ਦੇ ਰਿਵਾਈਵਲ ਦੇ ਲਈ, ਉਹਦੇ ਤੇ ਕੱਲਾ ਬਿਆਨ ਹੈ, ਜੋ ਵੀ ਸਟੇਟਮੈਂਟਸ ਆ ਰਹੀਆਂ ਨੇ ਉਸ ਤੇ ਆਪਣੀ ਗੱਲ ਰੱਖੀ ਹੈ ਤੇ ਨਾਲ ਹੀ ਜਿਹੜੀਆਂ SGPC ਦੀਆਂ ਚੋਣਾਂ ਦੇ ਵਿੱਚ ਲਗਾਤਾਰ ਡਿਲੇ ਹੁੰਦਾ ਜਾ ਰਿਹਾ ਹੈ ਉਹਨੂੰ ਲੈ ਕੇ ਵੀ ਚਿੰਤਾ ਵੀ ਜਤਾਈ ਹੈ ਤੇ ਇਹ ਵੀ ਦੱਸਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੰਗ ਜਿਹੜੀ ਆ ਜ਼ੋਰਾਂ ਦੇ ਨਾਲ ਚੁੱਕਣਗੇ ਤਾਂ ਜੋ ਜਿਹੜੀਆਂ ਚੋਣਾਂ ਨੇ ਉਹਨਾਂ 'ਚ ਹੋਰ ਦੇਰੀ ਨਾ ਹੋ ਸਕੇ ਤੇ ਜਲਦ ਤੋਂ ਜਲਦ SGPC ਦੀਆਂ ਚੋਣਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਣ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।